ਕਾਤਲ ਦੀ ਪਛਾਣ ਕਹਾਣੀ ਪ੍ਰਿੰਸੀਪਲ ਸੁਜਾਨ ਸਿੰਘ। ਮਹਾਨਗਰ ਵਿੱਚ 3 ਦਿਨ ਜਬਰ ਜ਼ੁਲਮ ਦਾ ਤੂਫਾਨ ਆਇਆ ਰਿਹਾ ਸੀ। ਸ਼ਹਿਰ ਦੇ ਬਾਹਰਲੇ ਇਲਾਕਿਆਂ ਵਿੱਚ ਤੇ ਕੁਝ ਵਿਚਲੇ ਇਲਾਕਿਆਂ ਵਿੱਚ ਵੀ ਲਾਟਾਂ ਉੱਠਦੀਆਂ ਰਹੀਆਂ ਸਨ ਤੇ ਧੂਏ ਦੇ ਬੱਦਲ ਅਸਮਾਨ ਨੂੰ ਛੂੰਹਦੇ ਰਹੇ ਸਨ। ਦੁਕਾਨਾਂ ਲੁੱਟੀਆਂ ਗਈਆਂ ਸਨ ਅਤੇ ਬੂਹੇ ਖੁੱਲੇ ਪਏ ਸਨ, ਜਿਵੇਂ ਕਿਸੇ 80 ਸਾਲ ਦੇ ਗਰੀਬ ਬੁੱਢੇ ਦਾ ਦੰਦਾਂ ਰਹਿਤ ਮੂੰਹ। ਵਿੱਚ-ਵਿੱਚ ਕਈ ਦੁਕਾਨਾਂ ਬਿਲਕੁਲ ਬਚੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਬਹੁ-ਗਿਣਤੀ ਭਾਈਚਾਰੇ ਦੀ ਮਲਕੀਅਤ ਜ਼ਾਹਿਰ ਕਰਦੇ ਸਾਈਨ-ਬੋਰਡ ਲੱਗੇ ਹੋਏ ਸਨ। ਜਵਾਨ ਤੇ ਅਧਖੜ ਸਿੱਖ ਚੁਣ-ਚੁਣ ਕੇ ਮਾਰੇ ਗਏ ਸਨ। ਜਵਾਨ ਕੁੜੀਆਂ ਅਗਵਾ ਕੀਤੀਆਂ ਗਈਆਂ ਸਨ। ਕਈਆਂ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤੀਆਂ ਗਈਆਂ ਸਨ। ਸਾੜ-ਫੂਕ ਤੇ ਕਤਲੋ-ਗਾਰਤ ਕਰਨ ਵਾਲੇ ਹਜੂਮ ਜਾਂ ਝੁੱਗੀ-ਝੌਂਪੜੀਆਂ ਵਾਸੀ ਆਂਦੇ ਸਨ ਜਾਂ ਓਪਰੇ ਲੋਕਾਂ ਦੇ, ਜੋ ਮਹਾਨਗਰ ਦੇ ਵਸਨੀਕ ਨਹੀਂ ਸਨ। ਇਲਾਕੇ ਦੇ ਗੁੰਡੇ ਉਨ੍ਹਾਂ ਦੀ ਅਗਵਾਈ ਕਰ ਰਹੇ ਸਨ ਅਤੇ ਉਨ੍ਹਾਂ ਗੁੰਡਿਆਂ ਦੀ ਅਗਵਾਈ ਕਰ ਰਹੇ ਸਨ ਕੁਝ ਸਿਆਸੀ ਆਗੂ। ਇਉਂ ਮਾਲੂਮ ਹੁੰਦਾ ਸੀ ਕਿ ਇਹ ਕਤਲੋ-ਗਾਰਤ ਕਿਸੇ ਗਿਣੀ-ਮਿਥੀ ਸਾਜ਼ਿਸ਼ ਅਧੀਨ ਹੋ ਰਹੀ ਹੋਵੇ। ਆਗੂਆਂ ਕੋਲ ਘਰਾਂ ਦੇ ਨੰਬਰਾਂ ਦੀਆਂ ਸੂਚੀਆਂ ਸਨ ਅਤੇ ਸਿੱਖਾਂ ਦੇ ਘਰਾਂ ਨੂੰ ਚੁਣ-ਚੁਣ ਕੇ ਉਨ੍ਹਾਂ ਦੇ ਜੀਅ ਕਤਲ ਅਤੇ ਅਗਵਾ ਕੀਤੇ ਜਾ ਰਹੇ ਸਨ। ਘਰਾਂ ਨੂੰ ਲੁੱਟ ਕੇ ਅੱਗਾਂ ਲਾਈਆਂ ਜਾ ਰਹੀਆਂ ਸਨ। ਅੱਗਾਂ ਲਾਉਣ ਲਈ ਇਹ ਕਾਤਲ ਗਿਰੋਹ ਮਣਾ-ਮੂੰਹੀ ਪੈਟਰੋਲ, ਮਿੱਟੀ ਦੇ ਤੀਲ ਪੀਪੀਆਂ, ਕੈਨਾਂ ਅਤੇ ਡਰੰਮਾਂ ਵਿੱਚ ਲਈ ਫਿਰਦੇ ਸਨ। ਪੈਟਰੋਲ ਨੂੰ ਇੱਕ ਨਵੇਂ ਪ੍ਰਯੋਗ ਵਿੱਚ ਲਿਆਇਆ ਜਾ ਰਿਹਾ ਸੀ। ਕਿਸੇ ਨੂੰ ਲੋਹੇ ਦੀਆਂ ਸੀਖਾਂ, ਡਾਂਗਾਂ, ਕੁਹਾੜੀਆਂ ਨਾਲ ਅੱਧ-ਮੋਇਆ ਕੀਤਾ, ਪੈਟਰੋਲ ਉੱਤੇ ਪਾਇਆ ਅਤੇ ਅੱਗ ਲਾ ਦਿੱਤੀ। ਜਿਉਂਦੇ ਉੱਤੇ ਹੀ ਪੈਟਰੋਲ ਸੁੱਟਿਆ, ਦੂਰੋਂ ਦੀ ਤੀਲੀ ਦਿਖਾਈ, ਭੰਬੂਕਾ ਉੱਠਿਆ, ਸਰੀਰ ਡਿੱਗਿਆ ਤੇ ਰੂਹ ਪਰਵਾਸ ਕਰ ਗਈ। ਜਾਂ ਟਾਇਰ ਨੂੰ ਅੱਗ ਲਾਈ ਅਤੇ ਜਿਉਂਦੇ ਆਦਮੀ ਦੇ ਗਲ ਵਿੱਚ ਪਾ ਦਿੱਤਾ ਅਤੇ ਉਸਨੂੰ ਤੜਫਦਾ, ਭੁੜਕਦਾ, ਭੱਜਦਾ ਦੇਖ ਕੇ ਗਿੱਧਿਆਂ ਦਾ ਤਾਲ ਦਿੱਤਾ ਗਿਆ। ਕਿੰਨਾ ਭਿਆਨਕ ਸੀ ਇਹ ਨਾਚ! ਜਿਉਂਦੇ ਸੜਨ ਵਾਲਿਆਂ ਦੀਆਂ ਚੀਕਾਂ ਦਾ ਪੱਥਰ ਦਿਲਾਂ ਉੱਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਬਚੀਆਂ ਹੋਈਆਂ ਵਿਧਵਾਵਾਂ, ਔਂਤਰੀਆਂ ਬਣਾ ਦਿੱਤੀਆਂ ਮਾਵਾਂ ਅਤੇ ਯਤੀਮ ਬੱਚੇ-ਬੱਚੀਆਂ ਲਈ ਰਿਫਿਊਜੀ ਕੈਂਪ ਬਣਾ ਦਿੱਤੇ ਗਏ ਸਨ। ਇਹ ਦੇਸ਼ ਦੀ ਵੰਡ ਵੇਲੇ ਦੇ ਰਿਫਿਊਜੀ ਕੈਂਪਾਂ ਤੋਂ ਭਿੰਨ ਸਨ। ਇਹ ਆਪਣੇ ਦੇਸ਼ ਵਾਲਿਆਂ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਮਾਰ ਕੇ ਬਚ ਗਏ ਯਤੀਮ ਬੱਚਿਆਂ, ਬੇਸਹਾਰਾ ਬੁੱਢਿਆਂ ਅਤੇ ਵਿਧਵਾਵਾਂ ਲਈ ਬਣਾਏ ਸਨ। ਇੱਕ ਇਹੋ ਜਿਹਾ ਹੀ ਕੈਂਪ ਮਹਾਨਗਰ ਦੇਨਦੀਓ ਪਾਰਲੇ ਹਿੱਸੇ ਵਿੱਚ ਬਣਾਇਆ ਗਿਆ ਸੀ। ਇਸ ਕੈਂਪ ਵਿੱਚ ਕਈ ਅਜਿਹੇ ਨੌਜਵਾਨ ਵੀ ਸਨ, ਜਿਨ੍ਹਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਦੇ ਦੂਸਰੇ ਧਰਮਾਂ ਦੇ ਮਿੱਤਰਾਂ ਨੇ ਉਨ੍ਹਾਂ ਦੇ ਵਾਲ ਕੱਟ ਕੇ, ਹਜਾਮਤ ਕਰਕੇ ਇਨ੍ਹਾਂ ਅੱਧ-ਮੂਲ ਦੇ ਦਿਨਾਂ ਵਿੱਚ ਆਪਣੇ ਘਰਾਂ ਵਿੱਚ ਰੱਖਣ ਦਾ ਖਤਰਾ ਮੁੱਲ ਲਿਆ ਸੀ ਅਤੇ ਮਗਰੋਂ ਕੈਂਪ ਵਿੱਚ ਪਹੁੰਚਾਇਆ ਸੀ। ਇੱਕ ਬੁੱਢਾ ਝੂਰ ਰਿਹਾ ਸੀ, ਜਿਸਦਾ ਇੱਕੋ-ਇੱਕ ਪੁੱਤਰ ਅਤੇ 2 ਪੋਤਰੇ ਸਮੇਂ ਤੋਂ ਪਹਿਲਾਂ ਰੱਬ ਦੇ ਘਰ ਭੇਜ ਦਿੱਤੇ ਗਏ ਸਨ। ਉਹ ਪਥਰਾਈ ਨਜ਼ਰ ਵਾਲੀ ਅਧਖੜ ਤੀਵੀਂ, ਜਿਸਦੇ ਪਤੀ ਨੂੰ ਮਾਰ ਕੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ ਸੀ, ਘਰ ਦਾ ਫਰਨੀਚਰ ਪਤੀ ਦੀ ਬਲਦੀ ਲਾਸ਼ ਉੱਤੇ ਪਾਉਂਦੀ ਰਹੀ ਸੀ, ਤਾਂ ਜੋ ਉਸਦੇ ਪਤੀ ਦੀ ਦੇਹ ਦਾ ਪੂਰੀ ਤਰ੍ਹਾਂ ਸੰਸਕਾਰ ਹੋ ਜਾਵੇ। 2, 3, 4 ਸਾਲਾਂ ਦੇ ਕਈ ਬੱਚੇ ਇੱਕ ਥਾਂ ਢੇਰੀ ਹੋਏ ਹੋਏ ਸਨ, ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੀ ਹੋ ਗਿਆ ਹੈ। ਇੱਕ ਘਰ ਦੀਆਂ 7 ਵਿਧਵਾਵਾਂ ਸਨ, ਜਿਨ੍ਹਾਂ ਦੇ ਵੱਡੇ ਪਰਿਵਾਰ ਵਿੱਚੋਂ ਕੋਈ ਮਰਦ ਨਹੀਂ ਸੀ ਬਚਿਆ। ਸਿਆਲ ਦੇ ਦਿਨਾਂ ਵਿੱਚ ਇਨ੍ਹਾਂ ਸਭਨਾਂ ਕੋਲ ਠੰਢ ਤੋਂ ਬਚਣ ਲਈ ਕੋਈ ਸਾਧਨ ਨਹੀਂ ਸਨ। ਦਿਨ ਚੜ੍ਹਿਆ, ਸੂਰਜ ਨਿਕਲਿਆ, ਹੱਡਾਂ ਨੂੰ ਸੇਕ ਲੱਗਾ। ਕੂਕਾਂ ਅਤੇ ਚੀਕਾਂ-ਪੁਕਾਰਾਂ ਨੇ ਜਾਂ ਅੰਬਰ ਨੂੰ ਛੋਹਿਆ। ਟਰੱਕ ਆ ਗਏ ਸਨ, ਜਿਨ੍ਹਾਂ ਵਿੱਚ ਪੁਰਾਣੇ ਕੰਬਲ ਅਤੇ ਰਜਾਈਆਂ ਸਨ। ਸੇਵਾਦਾਰ ਇਨ੍ਹਾਂ ਨੂੰ ਵੰਡਣ ਲੱਗੇ। ਕੁਝ ਲੈ ਲੈਂਦੇ ਸਨ, ਕੁਝ ਬੇਪਰਵਾਹੀ ਨਾਲ ਉਨ੍ਹਾਂ ਨੂੰ ਅੱਗੇ ਪਿਆਂ ਨੂੰ ਘੂਰ-ਘੂਰ ਵੇਖਦੇ ਰਹਿੰਦੇ ਸਨ ਅਤੇ ਕਈ ਦੰਦੋੜੀਕੇ ਵਾਲੀ ਠੰਢ ਦੇ ਹੁੰਦਿਆਂ ਵੀ ਵਗਾਹ ਮਾਰਦੇ ਸਨ। ਕਈ ਬਦਅਸੀਸਾਂ ਦਿੰਦੇ ਸਨ, ਕੁਝ ਗਾਲਾਂ ਉੱਤੇ ਵੀ ਉਤਰ ਆਉਂਦੇ ਸਨ। ਇੱਕ ਜਵਾਨ ਤੀਵੀਂ ਸੁੰਨ-ਵੱਟਾ ਹੋਈ ਹੋਈ ਸੀ, ਕਦੇ-ਕਦੇ ਪਾਗਲਾਂ ਵਾਂਗ ਬੁੜਬੁੜਾਉਂਦੀ ਸੀ। ਦਿਨ ਚੜ੍ਹਨ ਉੱਤੇ ਦੇਗਾਂ, ਵਲਟੋਏ ਅਤੇ ਲੋਹਾਂ ਆ ਗਈਆਂ ਸਨ। ਫੌਜੀ ਟਰੱਕਾਂ ਵਿੱਚ ਰਾਸ਼ਨ ਆ ਰਿਹਾ ਸੀ। ਲੰਗਰ ਵਾਲੀ ਥਾਂ ਉੱਤੇ ਕਨਾਤਾਂ, ਸ਼ੌਲਦਾਰੀਆਂ, ਚਾਨਣੀਆਂ ਲੱਗ ਗਈਆਂ ਸਨ। ਖੱਦਰ ਦੇ ਕੱਪੜਿਆਂ ਵਾਲੇ ਵਲੰਟੀਅਰ ਹਦਾਇਤਾਂ ਦੇ ਕੇ ਮਜ਼ਦੂਰਾਂ, ਦਿਹਾੜੀਦਾਰਾਂ ਅਤੇ ਲਾਂਗਰੀਆਂ ਕੋਲੋਂ ਕੰਮ ਸ਼ੁਰੂ ਕਰਵਾ ਰਹੇ ਸਨ। ਬਾਲਣ ਦੇ ਵੱਡੇ-ਵੱਡੇ ਮੋਛਿਆਂ ਦਾ ਟਰੱਕ ਲੱਥ ਗਿਆ ਸੀ। ਕੁਝ ਲੋਕ ਜ਼ਮੀਨ ਪੁੱਟ ਕੇ ਚੁੱਲ੍ਹੇ ਅਤੇ ਕਈ ਪੱਕੀਆਂ ਇੱਟਾਂ ਦੀਆਂ ਅੰਗੀਠੀਆਂ ਖੜੀਆਂ ਕਰ ਰਹੇ ਸਨ। ਰਾਤ ਦੀਆਂ ਪੱਕੀਆਂ ਰੋਟੀਆਂ ਅਤੇ ਬਜ਼ਾਰੀ ਅਚਾਰ ਆ ਗਿਆ ਸੀ। ਇੱਕ ਅੰਗੀਠੀ ਵਿੱਚ ਲੱਕੜਾਂ ਨੂੰ ਪਲੀਤਾ ਲਾ ਕੇ ਚਾਹ ਲਈ ਦੇਗ ਧਰ ਕੇ ਉਸ ਵਿੱਚ ਬਾਲਟੀਆਂ ਨਾਲ ਪਾਣੀ ਪਾਇਆ ਜਾ ਰਿਹਾ ਸੀ। ਕਿਸੇ ਵੇਲੇ ਕਿਸੇ ਤੀਵੀਂ ਦੇ ਵੈਣ ਪਾਉਣ ਦੀ ਦਿਲ ਚੀਰਵੀਂ ਕੂਕ ਨਿਕਲਦੀ ਤਾਂ ਕਾਮੇ-ਕੰਮ ਰੋਕ ਕੇ ਉਸ ਪਾਸੇ ਦੇਖਣ ਲੱਗ ਪੈਂਦੇ ਸਨ। ਕਿਸੇ ਕੁੱਟੇ ਮਾਰੇ ਬਜ਼ੁਰਗ ਦੀ ਗੁੱਝੀ ਸੱਟ ਦੀ ਪੀੜ ਚਸਕ ਉੱਠਦੀ ਤਾਂ ਉਹ ਚੀਕ ਉੱਠਦਾ ਸੀ। ਰੈੱਡ ਕਰਾਸ ਦੀ ਇੱਕ ਵੈਨ ਆ ਗਈ ਸੀ, ਜਿਹੜੀ ਇਹੋ ਜਿਹੇ ਲੋਕਾਂ ਨੂੰ ਹਸਪਤਾਲ ਪਹੁੰਚਾਉਂਦੀ ਸੀ। ਯਤੀਮ ਉਦਾਸ ਬੱਚੇ ਖੇਡਣ ਦੀ ਥਾਂ ਉੱਤੇ ਇੱਕ ਜਗ੍ਹਾ ਉੱਤੇ ਗੁੱਛਾ-ਮੁੱਛਾ ਹੋਏ ਪਏ ਸਨ। ਕਈ ਅਚਾਨਕ ਚੀਕਾਂ ਮਾਰਦੇ, ਡੁਸਕਦੇ ਅਤੇ ਕਈ ਗੁੰਮਸੁੰਮ ਸਨ।
ਹਰਕਤ ਦੇ ਸੌਮੇ ਮਨੁੱਖ ਬੇਹਰਕਤ ਹੋਏ ਪਏ ਸਨ। ਮਨੁੱਖਾਂ ਦਾ ਕੀ ਹਾਲ ਕਰ ਦਿੱਤਾ ਗਿਆ ਸੀ। ਕੁਝ ਨੌਜਵਾਨ ਜਿਹੜੇ ਆਪਣੇ ਬਚਾਉਣ ਵਾਲਿਆਂ ਨੂੰ ਬਚਾਉਣ ਵੱਲੋਂ ਅਤੇ ਆਪ ਆਪਣੇ ਸਿਰ ਮੂੰਹ ਮਨਾ ਕੇ ਬਚੇ ਸਨ, ਉਹ ਬੇਇੱਜ਼ਤੀ ਮਹਿਸੂਸ ਕਰ ਰਹੇ ਸਨ। ਉਹ ਆਪਣੀਆਂ ਅੱਖਾਂ ਨਾਲ ਆਪਣੇ ਅੰਦਰ ਵੇਖਦੇ ਅਤੇ ਸਿਰ ਹਿਲਾਉਂਦੇ ਸਨ। ਇਹ ਸਿਰ ਹਿਲਾਉਣਾ ਪਛਤਾਵੇ ਦਾ ਸੀ ਕਿ ਬਦਲਾ ਲੈਣ ਦਾ ਸੀ, ਇਸ ਦਾ ਨਿਰਣਾ ਕਰਨਾ ਮੁਸ਼ਕਿਲ ਸੀ। ਦੁਪਹਿਰ ਤੱਕ ਕੈਂਪਾਂ ਦੇ ਲੋਕਾਂ ਲਈ ਖਾਣੇ ਦਾ ਮਾੜਾ ਮੋਟਾ ਪ੍ਰਬੰਧ ਹੋ ਗਿਆ ਸੀ, ਜਿਸ ਨਾਲ ਕਈਆਂ ਨੇ ਆਪਣੇ ਪੇਟਾਂ ਨੂੰ ਝੁਲਕਾ ਦਿੱਤਾ। ਕਈਆਂ ਨੇ ਕੁਝ ਵੀ ਨਹੀਂ ਖਾਧਾ, ਸਿਰਫ ਪਾਣੀ ਹੀ ਪੀਤਾ। ਇੱਕ ਦੋ ਜਨਾਨੀਆਂ ਨੇ ਪਾਣੀ ਵੀ ਨਹੀਂ ਪੀਤਾ, ਜਿਵੇਂ ਉਹਨਾਂ ਨੇ ਭੁੱਖੀਆਂ ਪਿਆਸੀਆਂ ਰਹਿ ਕੇ ਸਤੀ ਹੋਣ ਦਾ ਨਿਸ਼ਚਾ ਕੀਤਾ ਹੋਇਆ ਹੋਵੇ। ਉਹਨਾਂ ਵਿੱਚ ਉਹ ਪਥਰਾਈ ਨਜ਼ਰ ਵਾਲੀ ਜਨਾਨੀ ਵੀ ਸੀ, ਜਿਸ ਦੇ ਮਿੱਟੀ ਨਾਲ ਲਿਬੜੇ ਲੰਮੇ ਵਾਲ ਗਲ ਵਿੱਚ ਪਏ, ਪਿੱਠ ਉੱਤੇ ਲਮਕੇ ਅਤੇ ਚਿਹਰੇ ਉੱਤੇ ਖਿਲਰੇ ਹੋਏ ਸਨ। ਉਸ ਦੇ ਸਹੁਰਿਆਂ ਅਤੇ ਪੇਕਿਆਂ ਵਿੱਚੋਂ ਕੋਈ ਵੀ ਨਹੀਂ ਸੀ ਬਚਿਆ। ਦੁਪਹਿਰ ਮਗਰੋਂ ਇੱਕ ਝੰਡੇ ਵਾਲੀ ਲੰਮੀ ਕਾਰ ਕੈਂਪ ਵਿੱਚ ਆਈ, ਜਿਸ ਦੀ ਡਿੱਗੀ ਵਿੱਚੋਂ ਫਲਾਂ ਦੀਆਂ ਪੇਟੀਆਂ ਉਤਾਰੀਆਂ ਗਈਆਂ ਅਤੇ ਉਹਨਾਂ ਨੂੰ ਖੋਲ੍ਹਿਆ ਗਿਆ। ਕਾਰ ਦਾ ਮਾਲਕ ਇੱਕ ਖੱਦਰਧਾਰੀ ਸੀ, ਜਿਸ ਨੇ ਚੂੜੀਦਾਰ ਪਜਾਮਾ ਅਤੇ ਗਰਮ ਖੱਦਰ ਦੀ ਅਚਕਨ ਪਹਿਨੀ ਹੋਈ ਸੀ। ਨੋਕਦਾਰ ਟੋਪੀ ਉਸਦੇ ਸਿਰ ਉੱਤੇ ਥੋੜ੍ਹੀ ਜਿਹੀ ਇੱਕ ਪਾਸੇ ਟਿਕੀ ਹੋਈ ਸੀ। ਇਹ ਦਰਮਿਆਨੇ ਕੱਦ ਦਾ ਨਾ ਮੋਟਾ ਨਾ ਪਤਲਾ ਆਦਮੀ ਸੀ, ਜਿਸ ਦੇ ਚਿਹਰੇ ਉੱਤੇ ਦੁੱਖ ਅਤੇ ਹਮਦਰਦੀ ਦੇ ਚਿੰਨ੍ਹ ਸਨ। ਸਾਰੇ ਕੈਂਪ ਵਿੱਚ ਤੇਜ਼ ਹਵਾ ਵਾਂਗ ਖਬਰ ਫੈਲ ਗਈ ਸੀ ਕਿ ਲੀਡਰ ਸਾਹਿਬ ਆਪਣੇ ਹੱਥੀਂ ਕੈਂਪ ਨਿਵਾਸੀਆਂ ਨੂੰ ਫਲ ਵੰਡਣਗੇ। ਕੁਝ ਚਿਰ ਮਗਰੋਂ ਲੀਡਰ ਸਾਹਿਬ ਫਲ ਵੰਡਣ ਲਈ ਤੁਰ ਪਏ। ਇੱਕ ਆਦਮੀ ਖੁੱਲ੍ਹੀ ਹੋਈ ਪੇਟੀ ਨੂੰ ਫੜੀ ਉਹਨਾਂ ਦੇ ਮਗਰ ਮਗਰ ਤੁਰ ਰਿਹਾ ਸੀ ਅਤੇ ਉਹ ਉਸ ਵਿੱਚੋਂ ਸੇਬ ਚੁੱਕ ਚੁੱਕ ਕੇ ਵੰਡਦੇ ਜਾ ਰਹੇ ਸਨ। ਬਹੁਤ ਲੋਕਾਂ ਨੇ ਸੇਬ ਲੈ ਲਏ, ਕੁਝ ਕਤਾਰਾਂ ਵਿੱਚ ਖੜੇ ਹੀ ਨਹੀਂ ਹੋਏ। ਬੱਚਿਆਂ ਨੇ ਸੇਬ ਲੈ ਲਏ। ਨੇਤਾ ਜੀ ਕਦੇ-ਕਦੇ ਕਿਸੇ ਬੱਚੇ ਨੂੰ ਪਿਆਰ ਵੀ ਕਰਦੇ। ਕਿਸੇ ਨੇ ਪਥਰਾਈਆਂ ਹੋਈਆਂ ਅੱਖਾਂ ਵਾਲੀ ਅਧਖੜ ਤੀਵੀਂ ਬਾਰੇ ਲੀਡਰ ਸਾਹਿਬ ਨੂੰ ਦੱਸਿਆ। ਲੀਡਰ ਸਾਹਿਬ ਉਸ ਜਨਾਨੀ ਵੱਲ ਉਚੇਚੇ ਵਧੇ, ਪਰ ਉਸਨੇ ਆਏ ਆਗੂ ਵੱਲ ਵੇਖਿਆ ਹੀ ਨਾ। ਆਗੂ ਨੇ ਦੁੱਖ ਨਾਲ ਚੋ-ਚੋ ਪੈਂਦੇ ਹਮਦਰਦੀ ਦੇ ਸ਼ਬਦ ਕਹੇ ਅਤੇ ਸੇਬ ਪੇਸ਼ ਕੀਤੇ। ਉਸ ਇਸਤਰੀ ਨੇ ਨਾ ਸੇਬਾਂ ਵੱਲ ਅਤੇ ਨਾ ਹੀ ਕਿਸੇ ਹੋਰ ਵੱਲ ਧਿਆਨ ਕੀਤਾ, ਜਿਵੇਂ ਉਹ ਇੱਕ ਪੱਥਰ ਦੀ ਮੂਰਤ ਹੋਵੇ। ਕਿਸੇ ਜਨਾਨੀ ਨੇ ਉਸਨੂੰ ਹਲੂਣ ਕੇ ਕਿਹਾ, "ਦੇਖ ਬੀਬਾ, ਲੀਡਰ ਸਾਹਿਬ ਆਪ ਆਏ ਹਨ।" ਉਸ ਤੀਵੀਂ ਦੀ ਨਜ਼ਰ ਲੀਡਰ ਸਾਹਿਬ ਉੱਤੇ ਪਈ। ਉਹ ਨਜ਼ਰ ਕਾਫੀ ਚਿਰ ਉੱਥੇ ਹੀ ਟਿਕੀ ਰਹੀ। ਫਿਰ ਅਚਾਨਕ ਉਹ ਕੂਕੀ, "ਇਹੋ ਹੈ, ਇਹੋ ਹੈ।" ਫਿਰ "ਇਹੋ ਹੈ, ਇਹੋ ਹੈ" ਕਰਦਿਆਂ ਉੱਠ ਕੇ ਉਸ ਤੀਵੀਂ ਨੇ ਝੱਟ ਖੱਦਰਪੋਸ਼ ਲੀਡਰ ਦੀ ਬਾਂਹ ਨੂੰ ਹੱਥ ਪਾ ਲਿਆ। ਲੀਡਰ ਸਾਹਿਬ ਨੇ ਸਾਰੇ ਜ਼ੋਰ ਦੇ ਝਟਕੇ ਨਾਲ ਆਪਣੀ ਬਾਂਹ ਉਸਦੀ ਪਕੜ ਵਿੱਚੋਂ ਛੁਡਾ ਲਈ ਅਤੇ ਤਿੱਖੀ ਚਾਲੇ ਉਲਟੇ ਰੁਖ ਤੁਰ ਪਏ। ਉਸ ਤੀਵੀਂ ਨੂੰ "ਇਹੋ ਹੀ ਹੈ, ਇਹੋ ਹੀ ਹੈ" ਕਹਿੰਦਿਆਂ ਮਗਰ ਭੱਜਦੀ ਦੇਖ ਲੀਡਰ ਸਾਹਿਬ ਵੀ ਆਪਣੀ ਕਾਰ ਵੱਲ ਭੱਜ ਉੱਠੇ। "ਇਹ ਪਾਗਲ ਹੋ ਗਈ ਹੈ," ਉਹਨਾਂ ਦੌੜੇ ਜਾਂਦਿਆਂ ਕਿਹਾ ਅਤੇ ਤੇਜ਼ੀ ਨਾਲ ਦਰਵਾਜ਼ਾ ਖੋਲ੍ਹ ਕੇ ਕਾਰ ਵਿੱਚ ਬੈਠਦਿਆਂ ਹੀ ਫੁਰਤੀ ਨਾਲ ਕਾਰ ਸਟਾਰਟ ਕੀਤੀ ਅਤੇ ਉਹ ਗਏ। ਉਹ ਗਏ। ਉਹਨਾਂ ਦਾ ਡਰਾਈਵਰ ਉੱਥੇ ਹੀ ਹੈਰਾਨ ਖੜਾ ਰਹਿ ਗਿਆ। ਉਹ ਤੀਵੀਂ ਕੂਕੀ ਜਾ ਰਹੀ ਸੀ, "ਉਹ ਸੀ ਇਹ ਬੁੱਚੜ, ਉਹਨਾਂ ਕਾਤਲਾਂ ਦਾ ਆਗੂ, ਜਿਨ੍ਹਾਂ ਮੇਰੇ ਸਾਰੇ ਪਰਿਵਾਰ ਨੂੰ ਕਤਲ ਕੀਤਾ, ਸਾਡੇ ਘਰ ਨੂੰ ਅੱਗ ਲਾਈ ਤੇ ਤੁਸਾਂ ਉਸਨੂੰ ਜਾਣ ਦਿੱਤਾ। ਹਾਏ, ਤੁਸਾਂ ਉਸਨੂੰ ਕਾਹਤੋਂ ਜਾਣ ਦਿੱਤਾ?" ਵਲੰਟੀਅਰ ਕਹਿਣ ਲੱਗੇ, "ਠੀਕ ਹੀ ਇਹ ਪਾਗਲ ਹੋ ਗਈ ਹੈ।" ਕਈ ਮਜ਼ਲੂਮਾਂ ਨੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਿਨਾਂ ਬੋਲਿਆਂ ਕਿਹਾ, "ਇਹ ਤੀਵੀਂ ਪਾਗਲ ਨਹੀਂ, ਕਹਿਰ ਅਤੇ ਜ਼ੁਲਮ ਦੀ ਮਾਰੀ ਹੋਈ ਏ, ਪਰ ਸੱਚੀ ਏ।"